सिख चैनल देख रहे यूके यूरोप ਅਤੇ देश विदेश की संगत ਨੂੰ वाहिगुरू जी का खालसा वाहिगुरू जी की फतेह। मैं हरिंदर सिंह गिल ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੱਖਣਵਿੰਡੀ ਜਿੱਥੇ ਕਿ ਸਰਕਾਰੀ ਸਕੂਲ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਤੇ ਅੱਜ ਹੈਗਾ ਆ ਟੀਚਰਸ ਡੇ ਅਧਿਆਪਕ ਦਿਵਸ ਜਿਸ ਨੂੰ ਕਿਹਾ ਜਾਂਦਾ ਆ। ਇਹ ਕਿਉਂ ਮਨਾਇਆ ਜਾਂਦਾ ਆ, ਕਦੋਂ ਤੋਂ ਸ਼ੁਰੂ ਹੋਇਆ ਤੇ ਸਕੂਲਾਂ 'ਚ ਇਸ ਵੇਲੇ ਜਿਹੜਾ ਆ ਉਹ ਕਿਸ ਤਰ੍ਹਾਂ ਮਨਾਇਆ ਜਾਂਦਾ ਆ, ਉਸ ਸੰਬੰਧ ਦੇ ਵਿੱਚ ਅਸੀਂ ਅੱਜ ਸਕੂਲ ਦੇ ਵਿੱਚ ਪਹੁੰਚੇ ਹਾਂ। ਸੋ ਆਓ ਇੱਥੇ ਪਹੁੰਚ ਕੇ ਦੇਖਦੇ ਹਾਂ ਕਿ ਬੱਚਿਆਂ ਦੀ ਕੀ ਤਿਆਰੀ ਤੇ ਕਿਸ ਤਰ੍ਹਾਂ ਮਨਾ ਰਹੇ ਆ ਤੇ ਟੀਚਰ ਜਿਹੜੇ ਆ ਉਹ ਉਹਨਾਂ ਦਾ ਮੇਨ ਦਿਨ ਆ, ਕਿਉਂਕਿ ਜਦੋਂ ਇਹ ਦਿਨ ਹੁੰਦਾ ਆ ਬੱਚੇ ਜਿਹੜੇ ਆ ਉਹ ਟੀਚਰਾਂ ਵਾਸਤੇ ਕੁਝ ਨਾ ਕੁਝ ਨਵੀਂ ਚੀਜ਼ ਤਿਆਰ ਕਰਦੇ ਆ, ਕੋਈ ਲੈਕਚਰ ਦਿੰਦਾ ਆ ਜਾਂ ਕੋਈ ਅਜਿਹੀ ਪੇਂਟਿੰਗ ਬਣਾਉਂਦਾ ਆ। ਸੋ ਇਹਨਾਂ ਬੱਚਿਆਂ ਨੇ ਕੀ ਕੀਤਾ ਆ, ਅਸੀਂ ਅੱਜ ਇਸ ਸਕੂਲ ਦੇ ਵਿੱਚ ਇਸ ਕਰਕੇ ਪਹੁੰਚੇ ਹਾਂ ਕਿ ਦੇਖੀਏ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਟੀਚਰਸ ਡੇ ਜਿਹੜਾ ਆ ਉਹ ਮਨਾਇਆ ਜਾ ਰਿਹਾ। ਸਤਿਕਾਰਯੋਗ ਮੁੱਖ ਅਧਿਆਪਕ ਜੀ, ਅਧਿਆਪਕਾਂ, ਬਾਹਰੋਂ ਆਏ ਸਾਰੇ ਮਹਿਮਾਨਾਂ ਅਤੇ ਮੇਰੇ ਪਿਆਰੇ ਸਾਥੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਅਸੀਂ 5 ਸਤੰਬਰ ਅਧਿਆਪਕ ਦਿਵਸ ਦੇ ਮੌਕੇ ਤੇ ਇੱਥੇ ਇਕੱਠੇ ਹੋਏ ਹਾਂ। ਅਧਿਆਪਕ ਦਾ ਦਿਨ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਭਾਰਤ ਦੇ ਦੂਜੇ ਰਾਸ਼ਟਰਪਤੀ ਦਾ ਜਨਮ ਦਿਨ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ ਨੂੰ ਭਾਰਤ ਦੇ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ ਇੱਕ ਪ੍ਰਸਿੱਧ ਵਿਦਿਆ, ਇੱਕ ਵਿਦਵਾਨ ਅਤੇ ਇੱਕ ਅਧਿਆਪਕ ਸਨ। ਇਹ ਉਹਨਾਂ ਦਾ ਜਨਮ ਦਿਹਾੜਾ ਹੈ ਜੋ ਪੂਰੇ ਦੇਸ਼ ਵਿੱਚ ਅਧਿਆਪਕ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਅਧਿਆਪਕਾਂ ਦਾ ਦਿਨ ਸਮਝਿਆ ਜਾਂਦਾ ਹੈ। ਅਧਿਆਪਕ ਦਿਹਾੜੇ ਅਸਲ ਵਿੱਚ ਸਾਡੇ ਸਾਰੇ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਹਨਾਂ ਦੇ ਬੇਅੰਤ ਕਠਿਨ ਕੰਮ ਲਈ ਇੱਕ ਦਿਨ ਹੈ। ਇਸ ਲਈ 5 ਸਤੰਬਰ ਨੂੰ ਅਧਿਆਪਕਾਂ ਦੀ ਪ੍ਰਸ਼ੰਸਾ ਦਿਵਸ ਵੀ ਕਿਹਾ ਜਾਂਦਾ ਹੈ। ਸਾਰੇ ਅਧਿਆਪਕਾਂ ਨੂੰ ਸਮਰਪਿਤ ਹੁੰਦਾ ਹੈ। ਅਧਿਆਪਕਾਂ ਦੀ ਬੇਅੰਤ ਭੂਮਿਕਾ, ਸਹਾਇਤਾ ਅਤੇ ਅਗਵਾਈ ਸ਼ਬਦਾਂ ਵਿੱਚ ਪ੍ਰਗਟ ਨਹੀਂ ਕੀਤੀ ਜਾ ਸਕਦੀ। ਉਹ ਹਨ ਜੋ ਸਾਡੀ ਜ਼ਿੰਦਗੀ ਨੂੰ ਸ਼ਕਲ ਦੇਣ ਵਿੱਚ ਸਾਡੀ ਮਦਦ ਕਰਦੇ ਹਨ। ਦੇਸ਼ ਦੇ ਹਰੇਕ ਹਿੱਸੇ ਦੇ ਵਿਦਿਆਰਥੀ ਉਤਸੁਕਤਾ ਨਾਲ ਇਸ ਮੌਕੇ ਦੀ ਉਡੀਕ ਕਰਦੇ ਹਨ। ਅਧਿਆਪਕ ਦਿਵਸ ਦੇ ਮੌਕੇ ਅਸਲ ਵਿੱਚ ਉਹ ਤਰੀਕਾ ਹੈ ਜਿਸ ਦੁਆਰਾ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਅਸਲ ਪ੍ਰਸ਼ੰਸਾ ਅਤੇ ਸ਼ੁਕਰਗੁਜ਼ਾਰ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਦਿਨ ਨੂੰ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ ਨੂੰ ਉਹਨਾਂ ਦੇ ਦਰਸ਼ਨਾਂ ਲਈ ਸਤਿਕਾਰ ਅਤੇ ਸ਼ਰਧਾਂਜਲੀ ਦੇਣ ਲਈ ਵਿਦਿਆਰਥੀਆਂ ਦੁਆਰਾ ਵੀ ਵਰਤਿਆ ਜਾਂਦਾ ਹੈ। ਡਾਕਟਰ ਰਾਧਾਕ੍ਰਿਸ਼ਨ ਨੇ ਵਿਦਿਅਕ, ਧਾਰਮਿਕ, ਸੱਭਿਆਚਾਰਕ, ਸਮਾਜਿਕ, ਦਰਸ਼ਨਕ ਅਤੇ ਨੈਤਿਕ ਵਰਗੇ ਵੱਖ-ਵੱਖ ਵਿਸ਼ਿਆਂ ਵਿੱਚ ਬਹੁਤ ਸਾਰੇ ਉਪਯੋਗੀ ਲੇਖਾਂ ਅਤੇ ਰਸਾਲਿਆਂ ਵਿੱਚ ਯੋਗਦਾਨ ਪਾਇਆ। ਇਸ ਦਿਨ ਉਹਨਾਂ ਦਾ ਜਨਮ ਦਿਨ ਸੱਚਮੁੱਚ ਬਹੁਤ ਵੱਡਾ ਯੋਗਦਾਨ ਯਾਦ ਕਰਨ ਅਤੇ ਇਸ ਸਿਧਾਂਤ ਦਾ ਸਨਮਾਨ ਕਰਨ ਦਾ ਇੱਕ ਵਧੀਆ ਤਰੀਕਾ ਹੈ ਜਿਸ ਨੇ ਸਾਡੀ ਜਾਨ ਨੂੰ ਹੋਰ ਗਿਆਨਵਾਨ ਬਣਾਉਣ ਵਿੱਚ ਸਾਡੀ ਮਦਦ ਕੀਤੀ ਹੈ। ਟੀਚਰ ਦੇ ਦਿਨ ਦੇ ਪਿੱਛੇ ਦਾ ਇਤਿਹਾਸ ਵਿੱਚ ਬਹੁਤ ਦਿਲਚਸਪ ਹੈ। ਇੱਕ ਦਿਨ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ ਨੂੰ ਉਹਨਾਂ ਦੇ ਕੁਝ ਵਿਦਿਆਰਥੀਆਂ ਨੇ ਨਾਲ ਹੀ ਦੋਸਤਾਂ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੇ ਉਹਨਾਂ ਨੂੰ ਆਪਣਾ ਜਨਮ ਦਿਨ ਮਨਾਉਣ ਲਈ ਬੇਨਤੀ ਕੀਤੀ। ਇਹ ਘਟਨਾ ਰਾਸ਼ਟਰਪਤੀ ਰਾਜਕਾਲ ਦੌਰਾਨ ਹੋਈ। ਉਹਨਾਂ ਦੀ ਬੇਨਤੀ ਤੇ ਡਾਕਟਰ ਰਾਧਾਕ੍ਰਿਸ਼ਨ ਨੇ ਉਹਨਾਂ ਨੂੰ ਕਿਹਾ ਕਿ ਆਪਣੇ ਜਨਮ ਦਿਨ ਨੂੰ
ਵੱਖਰੇ ਤੌਰ ਤੇ ਮਨਾਉਣ ਦੀ ਬਜਾਏ ਉਹਨਾਂ ਨੂੰ ਇਸ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇ ਉਹ ਅਜਿਹਾ ਕਰਦੇ ਹਨ ਤਾਂ ਉਸ ਲਈ ਇਹ ਇੱਕ ਵੱਡਾ ਸਨਮਾਨ ਹੋਵੇਗਾ। ਉਸ ਤੋਂ ਬਾਅਦ 5 ਸਤੰਬਰ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ ਦਾ ਜਨਮ ਦੇਸ਼ ਭਰ ਵਿੱਚ ਅਧਿਆਪਕਾਂ ਦੀ ਪ੍ਰਸ਼ੰਸਾ ਕਰਨ ਲਈ ਮਨਾਇਆ ਜਾਂਦਾ ਹੈ। ਅਧਿਆਪਕ ਦਾ ਦਿਨ ਛੁੱਟੀ ਨਹੀਂ, ਇਹ ਇੱਕ ਅਜਿਹਾ ਮੌਕਾ ਹੈ ਜਦੋਂ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਵਿਸ਼ੇਸ਼ ਮਹਿਸੂਸ ਕਰਦੇ ਹਨ। ਇਹ ਭਾਰਤ ਦੇ ਇਤਿਹਾਸ ਵਿੱਚ ਇੱਕ ਬਹੁਤ ਮਹੱਤਵਪੂਰਨ ਦਿਨ ਹੈ। ਇਸ ਦਿਨ ਨਾ ਸਿਰਫ ਦੂਜੇ ਭਾਰਤੀ ਰਾਸ਼ਟਰਪਤੀ ਦੀ ਜਨਮ ਵਰ੍ਹੇਗੰਢ ਹੈ, ਬਲਕਿ ਇਹ ਵੀ ਦਿਨ ਹੈ ਕਿ ਭਾਰਤ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਸੱਚੇ ਯਤਨਾਂ ਅਤੇ ਅਧਿਆਪਕਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਜਾਵੇ। ਅੱਜ ਅਸੀਂ ਅਧਿਆਪਕ ਦਿਵਸ ਦੇ ਮੌਕੇ ਤੇ ਵਿਦਿਆਰਥੀਆਂ ਦੁਆਰਾ ਇੱਕ ਸ਼ਬਦ ਗਾਇਨ ਪੇਸ਼ ਕੀਤਾ ਜਾ ਰਿਹਾ ਹੈ। बिन गुरु नहीं होता जीवन साकार, सिर पर होता जब गुरु का हाथ। बिन गुरु नहीं होता जीवन साकार, सिर पर होता जब गुरु का हाथ। तभी बनाता जीवन का सही आकार, गुरु ही है सफल जीवन का आधार। गुरु ही है सफल जीवन का आधार। हुण जिस 9th क्लास की जसमीन कौर तुहानू टीचर्स डे बारे दसन जा रही है। Good afternoon, all of you. Teachers are like real potters who not only give our life a shape but also enable to lit like a lamp forever after dispelling the darkness from all across the world, so that our nation can be enlightened with lots of bright lamps. Therefore, the nation pays homage and respect to all the teachers in the country. We can nothing give our teachers in return to their great job. However, we should respect them always and say thanks. We should take a place to heartily respect and honor our teachers in our daily lives, as without a good teachers, we all are incomplete in this world. Teachers is lamp of nation. Teacher, only one person who serves society in real manner. Salute all teachers of nation and happy Teacher Day. Thank you. ਹੁਣ ਅਸੀਂ ਸ਼ਰਨਜੀਤ ਸਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਡਾਇਸ ਤੇ ਆਉਣ ਤੇ ਬੱਚਿਆਂ ਨੂੰ ਸੰਬੋਧਿਤ ਕਰਨ। ਪਿਆਰੇ ਬੱਚਿਓ, ਅੱਜ ਅਸੀਂ ਇੱਕ ਮਹਾਨ ਸ਼ਖਸੀਅਤ ਜਿਹੜੇ ਸਾਡੇ ਦੇਸ਼ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਇੱਕ ਮਹਾਨ ਵਿਦਵਾਨ, ਇੱਕ ਮਹਾਨ ਟੀਚਰ, ਇੱਕ ਸਕਾਲਰ, ਇੱਕ ਨੇਸ਼ਨ ਬਿਲਡਰ ਦੀ ਯਾਦ ਦੇ ਵਿੱਚ ਇਕੱਠੇ ਹੋਏ ਆ। ਉਹਨਾਂ ਦਾ ਜਨਮ ਦਿਨ ਇੱਕ ਟੀਚਰਸ ਡੇ ਦੇ ਨਾਂ 'ਤੇ ਮਨਾਇਆ ਜਾਂਦਾ ਵਾ। ਜਦੋਂ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਰਾਸ਼ਟਰਪਤੀ ਸਨ ਤੇ ਉਹਨਾਂ ਨੂੰ ਵਿਅਕਤੀਗਤ ਤੌਰ 'ਤੇ ਇਹ ਗੱਲ ਪੁੱਛੀ ਗਈ ਕਿ ਤੁਹਾਡਾ ਜਨਮ ਦਿਨ ਮਨਾਉਣਾ ਵਾ, ਤੇ ਉਹਨਾਂ ਨੇ ਕਿਹਾ ਬਈ ਮੇਰਾ ਵਿਅਕਤੀਗਤ ਤੇ ਜਨਮ ਦਿਨ ਰੂਪ 'ਚ ਨਹੀਂ ਮਨਾਉਣਾ, ਸਾਰੇ ਇਕੱਠੇ ਹੋ ਕੇ ਅਧਿਆਪਕ ਦਿਵਸ ਰੂਪ ਦੇ ਵਿੱਚ ਮਨਾਵਾਂਗੇ। ਉਹ ਇੱਥੋਂ ਤੱਕ ਕਹਿੰਦੇ ਸੀਗੇ ਕਿ ਇੱਕ ਅਧਿਆਪਕ ਇੱਕ ਇਹੋ ਜਿਹੀ ਜਗਦੀ
ਮੋਮਬੱਤੀ ਆ ਜਿਹੜੀ ਆਪ ਤਾਂ ਜਗਦੀ ਆ ਤੇ ਨਾਲ ਹੀ ਪੂਰੇ ਸਮਾਜ ਨੂੰ ਰੁਸ਼ਨਾ ਦਿੰਦੀ ਆ। ਉਹਨਾਂ ਦਾ ਜਨਮ 5 ਸਤੰਬਰ 1888 ਨੂੰ ਹੋਇਆ ਸੀਗਾ। ਉਹਨਾਂ ਨੇ ਡਾਕਟਰੇਟ ਦੀ ਡਿਗਰੀ ਕੀਤੀ, ਆਪ ਪ੍ਰੋਫੈਸਰ ਰਹੇ, ਟੀਚਰ ਰਹੇ ਤੇ ਪੂਰੀ ਜੀਵਨ ਬੱਚਿਆਂ ਨੂੰ ਤੇ ਐਜੂਕੇਸ਼ਨ ਨੂੰ ਸਮਰਪਿਤ ਰਹੇ। ਉਹਨਾਂ ਨੇ ਪਹਿਲੇ ਉਪ ਰਾਸ਼ਟਰਪਤੀ ਤੇ ਦੂਸਰੇ ਰਾਸ਼ਟਰਪਤੀ ਦੇ ਵਜੋਂ ਦੇਸ਼ ਨੂੰ ਜਿੰਨੀਆਂ ਵੀ ਸੇਵਾਵਾਂ ਦਿੱਤੀਆਂ, ਉਹਦੇ ਨਾਲ ਨਾਲ ਐਜੂਕੇਸ਼ਨ ਦੇ ਲਈ ਆਪਣਾ ਪੂਰਾ ਜੀਵਨ ਲਗਾ ਦਿੱਤਾ। ਉਹਨਾਂ ਦੀ ਜਿਹੜੀ ਐਜੂਕੇਸ਼ਨ ਸੀਗੀ ਉਹ ਮਦਰਾਸ ਕ੍ਰਿਸਚਨ ਕਾਲਜ ਤੋਂ ਸੀਗੀ, ਲੇਕਿਨ ਉਹ ਹਰ ਵੇਲੇ ਇੱਕ ਹੀ ਕਹਿੰਦੇ ਸੀਗੇ ਕਿ ਜਿਵੇਂ ਅਰਥ ਵਿਵਸਥਾ ਦੇ ਵਿੱਚ ਇੰਡਸਟਰੀ ਜਿਹੜੀ ਆ ਉਹ ਦੇਸ਼ ਦੀ ਤੇ ਅਰਥ ਵਿਵਸਥਾ ਦੀ ਬੈਕਬੋਨ ਹੁੰਦੀ ਆ, ਇੱਕ ਅਧਿਆਪਕ ਉਸੇ ਹੀ ਰੂਪ ਦੇ ਵਿੱਚ ਸਮਾਜ ਦੀ ਬੈਕਬੋਨ ਆ। ਔਰ ਇੱਕ ਸੱਚਾ ਅਧਿਆਪਕ ਉਹਦੇ ਕੋਲ ਆਏ ਬੱਚਿਆਂ ਨੂੰ ਜਿਵੇਂ ਮਾਂ ਪਿਓ ਜਨਮ ਦੇ ਦਿੰਦਾ ਤੇ ਉਹਦੀ ਸਹੀ ਰੂਪ ਰੇਖਾ ਜਿਹੜਾ ਵਾ ਉਹ ਇੱਕ ਅਧਿਆਪਕ ਹੀ ਦਿੰਦਾ। ਅਧਿਆਪਕ ਬੱਚੇ ਨੂੰ ਜੀਵਨ ਦੇ ਵਿੱਚ ਸਿਰਫ ਚੱਲਣਾ ਤੇ ਰਹਿਣਾ ਨਹੀਂ ਸਿਖਾਉਂਦਾ, ਬਲਕਿ ਆਪਣੀ ਜੀਵਿਕਾ ਕਮਾਉਣੀ ਤੇ ਆਪਣੇ ਸਮਾਜ ਨੂੰ, ਆਪਣੇ ਦੇਸ਼ ਨੂੰ ਜਿਹੜੀ ਦੇਣ ਆ ਉਹ ਕਿਵੇਂ ਦਿੰਦਾ। ਬੱਚਿਆਂ ਦੇ ਰੂਪ ਵਿੱਚ ਆਪਣੀ ਸ਼ਖਸੀਅਤ ਨੂੰ ਬੱਚਿਆਂ ਦੇ ਵਿੱਚ ਭਰ ਕੇ ਤੇ ਇੱਕ ਸਮਾਜ ਦੀ ਚੰਗੀ ਸਿਹਤ ਤੇ ਚੰਗੇ ਸਮਾਜ ਦੇ ਨਾਗਰਿਕ ਪੈਦਾ ਕਰਦਾ। ਔਰ ਅੱਜ ਦਾ ਦਿਨ ਜਿਹੜਾ ਵਾ ਅਸੀਂ ਉਹਨਾਂ ਦੇ ਜਨਮ ਦਿਨ ਦੇ ਰੂਪ ਵਿੱਚ ਮਨਾ ਰਹੇ ਹਾਂ। ਔਰ ਉਹਨਾਂ ਦੀ ਜਿਹੜੀ ਸਮਾਜ ਨੂੰ ਦੇਣ ਸੀਗੀ ਉਹ ਬਿਲਕੁਲ ਉਸੇ ਰੂਪ ਵਿੱਚ ਅਧਿਆਪਕ ਅੱਜ ਵੀ ਦੇ ਰਿਹਾ। ਤੇ ਜਿੱਦਣ ਟੀਚਰਸ ਡੇ ਆਉਂਦਾ, ਜਿੱਦਣ ਡਾਕਟਰ ਸਾਹਿਬ ਦਾ ਜਨਮ ਦਿਨ ਆਉਂਦਾ ਤੇ ਸਾਰੇ ਬੱਚੇ ਆਪਣੇ ਅਧਿਆਪਕ ਦੇ ਪ੍ਰਤੀ ਉਹੀ ਜਿਹੜੀ ਆ ਸੱਚੀ ਔਰ ਜਿਹੜਾ ਉਹਨਾਂ ਦਾ ਆਚਰਣ ਆ ਉਹਨੂੰ ਉਸੇ ਰੂਪ ਦੇ ਵਿੱਚ ਦਿੰਦੇ ਆ। ਮੈਂ ਇਹਨਾਂ ਹੀ ਸ਼ਬਦਾਂ ਨਾਲ ਧੰਨਵਾਦ ਕਰਦਾ। ਹੁਣ ਅਸੀਂ ਰਾਜਨੂ ਸਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਡਾਇਸ ਤੇ ਆਉਣ ਤੇ ਬੱਚਿਆਂ ਨੂੰ ਸੰਬੋਧਿਤ ਕਰਨ। ਚਲੋ ਕੋਈ ਗੱਲ ਨਹੀਂ, ਨੇੜੇ ਕਰ। ਹਾਂ ਪਿਆਰੇ ਬੱਚਿਓ, ਅੱਜ ਅਸੀਂ ਸਾਰੇ ਜਾਣੇ 5 ਸਤੰਬਰ ਅਧਿਆਪਕ ਦਿਵਸ ਦੇ ਮੌਕੇ ਤੇ ਸ਼੍ਰੀ ਜਿਹੜੇ ਰਾਸ਼ਟਰਪਤੀ ਸੀ ਸਾਡੇ, ਜਿਹੜੇ ਸ਼੍ਰੀ ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਨੂੰ ਯਾਦ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਇਹ ਦਿਵਸ ਮਨਾ ਰਹੇ ਹਾਂ। ਜੇ ਅਸੀਂ ਗੱਲ ਕਰੀਏ ਅਧਿਆਪਕ ਦੀ, ਛੋਟਾ ਜਿਹਾ ਲਫ਼ਜ਼ ਆ ਅਧਿਆਪਕ, ਪਰ ਉਹਦੇ ਮਤਲਬ ਬਹੁਤ ਵੱਡੇ ਹਨ। ਇੱਕ ਅਧਿਆਪਕ ਦਾ ਵਿਦਿਆਰਥੀ ਦੇ ਜੀਵਨ ਦੇ ਵਿੱਚ ਕੀ ਰੋਲ ਹੈ, ਇਹ ਉਸ ਨੂੰ ਪੁੱਛ ਕੇ ਵੇਖੋ ਜਿਸ ਦੇ ਜਿਹੜਾ ਕਿਸੇ ਨਾ ਕਿਸੇ ਮੁਕਾਮ ਦੇ ਉੱਤੇ ਪਹੁੰਚਿਆ ਹੋਵੇ, ਜਿਸ ਨੇ ਗਰੀਬੀ ਦੇ ਵਿੱਚੋਂ ਉੱਠ ਕੇ ਕਿਸੇ ਤਗੜੇ ਥਾਂ ਦੇ ਉੱਤੇ ਜਾ ਕੇ ਮੱਲਾਂ ਮਾਰੀਆਂ ਹੋਣ। ਅਧਿਆਪਕ ਦੇ ਲਈ ਸਭ ਤੋਂ ਵੱਡੀ ਪ੍ਰਾਪਤੀ ਕੀ ਹੈ? ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਜਦੋਂ ਬੱਚੇ ਇੱਥੋਂ ਪੜ੍ਹ ਕੇ ਸਕੂਲ ਤੋਂ ਚਲੇ ਜਾਣ ਤਾਂ ਕੀ ਉਹ ਬਾਅਦ ਦੇ ਵਿੱਚ ਅਧਿਆਪਕ ਨੂੰ ਯਾਦ ਰੱਖਦੇ ਹਨ ਕਿ ਨਹੀਂ ਰੱਖਦੇ ਹਨ? ਉਹ ਅਧਿਆਪਕ ਨੂੰ ਕਿਵੇਂ ਯਾਦ ਰੱਖਣਗੇ? ਉਹ ਇੱਦਾਂ ਯਾਦ ਰੱਖਣਗੇ ਕਿ ਜੋ ਮੇਰੇ ਟੀਚਰ ਨੇ ਪੜ੍ਹਾਇਆ ਕੀ ਉਹ ਮੇਰੇ ਜੀਵਨ ਦੇ ਵਿੱਚ ਕਿਤੇ ਕੰਮ ਆਇਆ ਕਿ ਨਹੀਂ ਆਇਆ? ਉਹਦੇ ਪੜ੍ਹਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਸੀ? ਕੀ ਉਹ ਸਾਨੂੰ ਸਾਡੀਆਂ ਗਲਤੀਆਂ ਦੇ ਲਈ ਟੋਕਦਾ ਸੀ? ਕੀ ਉਹਨੇ ਸਾਡੇ ਲਈ ਸਿਰ ਤੋੜ ਜਾਂ ਜੀਅ ਲਾ ਕੇ ਮਿਹਨਤ ਕੀਤੀ ਹੈ ਕਿ ਨਹੀਂ ਕੀਤੀ ਹੈ? ਮੈਂ ਅੱਜ ਇਸ ਅਧਿਆਪਕ ਦਿਵਸ ਦੇ ਮੌਕੇ ਦੇ ਉੱਤੇ ਮੈਨੂੰ ਆਪਣੇ ਇੱਕ ਉਸਤਾਦ, ਆਪਣੇ ਇੱਕ ਟੀਚਰ ਯਾਦ ਆ ਰਹੇ ਹਨ ਜਿਨ੍ਹਾਂ ਨੂੰ ਮੈਂ ਕਦੀ ਵੀ ਨਹੀਂ ਭੁੱਲ ਸਕਦਾ। ਜਦੋਂ ਮੈਂ ਖਾਲਸਾ ਕਾਲਜ ਦੇ ਵਿੱਚ ਪੜ੍ਹਦਾ ਸੀ, BSc ਸੈਕੰਡ ਈਅਰ ਸੀ, ਤੇ ਸਾਡੇ ਕੋਲੋਂ ਇੱਕ ਉਸਤਾਦ ਸਾਡੇ ਸਰ ਸ਼੍ਰੀ ਸੁਰਿੰਦਰ ਕੁਮਾਰ ਢੀਂਗਰਾ ਜੀ ਆਏ ਸਨ। ਉਹ ਜਲੰਧਰ ਤੋਂ ਬਦਲੀ ਕਰਾ ਕੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਆਏ ਸਨ। ਅਸੀਂ ਕਾਲਜ ਜਾਣਾ, ਕੋਈ ਪੀਰੀਅਡ ਲਗਾਉਣਾ ਤਾਂ ਵੀ ਠੀਕ ਆ, ਨਹੀਂ ਲਗਾਉਣਾ ਤਾਂ ਵੀ ਠੀਕ ਆ, ਪਰ ਜਦੋਂ ਉਹਨਾਂ ਦੀ ਕਲਾਸ ਦੇ ਵਿੱਚ ਪਹਿਲਾ ਲੈਕਚਰ ਲਾਇਆ ਤੇ ਦੇਖ ਕੇ ਮਨ ਇੰਨਾ ਪ੍ਰਸੰਨ ਹੋਇਆ ਵੀ ਕੋਈ ਅਧਿਆਪਕ ਇਸ ਤਰ੍ਹਾਂ ਵੀ ਪੜ੍ਹਾ ਸਕਦਾ ਹੈ। ਉਹਨਾਂ ਦੇ ਪੜ੍ਹਾਉਣ ਦਾ ਤਰੀਕਾ ਮੈਨੂੰ ਅੱਜ ਵੀ ਯਾਦ ਹੈ ਕਿ ਉਹ ਜੋ ਵੀ ਸਾਨੂੰ ਸਮਝਾਉਂਦੇ ਸਨ, ਸਾਨੂੰ ਉਸੇ ਵੇਲੇ ਹੀ ਯਾਦ ਹੋ ਜਾਂਦਾ ਸੀ। ਘਰ ਜਾ ਕੇ ਉਹਨੂੰ ਵੇਖਣ ਦੀ ਲੋੜ ਵੀ ਨਹੀਂ ਪੈਂਦੀ ਸੀ। ਤੇ ਉਹਨਾਂ ਨੂੰ ਮੈਂ ਅੱਜ ਵੀ ਯਾਦ ਕਰਦਾ ਹਾਂ। ਮੈਂ ਉਹਨਾਂ ਵਰਗਾ ਕੋਈ ਅਧਿਆਪਕ ਨਹੀਂ ਵੇਖਿਆ ਹੈ। ਹੁਣ ਮੈਨੂੰ ਇਹ ਵੀ ਸੇਵਾ ਕਰਨ ਦਾ ਇੱਥੇ ਮੌਕਾ ਮਿਲਿਆ ਹੈ ਕਿ ਪੁਰਾਤਨ ਐਜੂਕੇਸ਼ਨ ਸਿਸਟਮ ਤੇ ਨਵੇਂ ਐਜੂਕੇਸ਼ਨ ਸਿਸਟਮ ਦੇ ਵਿੱਚ ਅੰਤਰ ਕੀ ਹੈ। ਪੁਰਾਣੇ ਸਮੇਂ ਦੇ ਵਿੱਚ ਜੇ ਮੈਂ ਆਪਣੇ ਸਕੂਲ ਲੈਵਲ ਦੀ ਗੱਲ ਕਰਾਂ
ਤਾਂ ਅਧਿਆਪਕਾਂ ਅਤੇ ਬੱਚਿਆਂ ਦਾ ਜਿਹੜਾ ਰਿਸ਼ਤਾ ਸੀ ਉਹ ਬਹੁਤ ਹੀ ਵਧੀਆ ਸੀ, ਪਿਆਰ ਭਰਿਆ ਸੀ। ਜੋ ਟੀਚਰ ਬੱਚਿਆਂ ਨੂੰ ਆਖਦੇ ਸਨ, ਬੱਚੇ ਉਹਨਾਂ ਨੂੰ ਫੋਲੋ ਕਰਦੇ ਸਨ ਅਤੇ ਉਹਨਾਂ ਦੀ ਗੱਲ ਨੂੰ ਭਲੀ ਭਾਂਤੀ ਸਮਝਦੇ ਸਨ ਅਤੇ ਉਹਨਾਂ ਦਾ ਆਦਰ ਕਰਦੇ ਸਨ। ਜੋ ਅਧਿਆਪਕ ਨੇ ਕਹਿ ਦਿੱਤਾ ਉਹਨਾਂ ਦੇ ਲਈ ਉਹ ਪੱਥਰ ਦੇ ਉੱਤੇ ਲੀਕ ਹੁੰਦੀ ਸੀ। ਪਰ ਜੇ ਮੈਂ ਅਜੋਕੇ ਜੀਵਨ ਦੇ ਵਿੱਚ ਵੇਖਾਂ, ਇਹ ਵਿਸ਼ਾ ਜਾਂ ਅਧਿਆਪਨ ਕਿੱਤਾ ਇੱਕ ਵਪਾਰਕ ਰੂਪ ਧਾਰਨ ਕਰ ਚੁੱਕਾ ਹੈ। ਅੱਜ ਕੱਲ੍ਹ ਕੀ ਚੱਲਦਾ ਹੈ ਵੀ ਇੰਨੇ ਪੈਸੇ ਦਿਓ ਤੇ ਤੁਹਾਡੇ ਇੰਨੇ ਚੈਪਟਰ ਖਤਮ ਹੋ ਜਾਣਗੇ। ਕਿੱਤੇ ਦੇ ਵਿੱਚ ਪਿਆਰ ਨਹੀਂ ਰਹਿ ਗਿਆ। ਕਿੱਤੇ ਦੇ ਵਿੱਚ ਪਿਆਰ ਦੀ ਥਾਂ ਕਿਸ ਚੀਜ਼ ਨੇ ਥਾਂ ਲੈ ਲਈ ਹੈ? ਪੈਸੇ ਨੇ ਥਾਂ ਲੈ ਲਈ ਹੈ। ਪੈਸਾ ਹੀ ਸਭ ਜਗ੍ਹਾ ਉੱਤੇ ਪ੍ਰਮੁੱਖਤਾ ਦਾ ਰੂਪ ਧਾਰਨ ਕਰ ਚੁੱਕਾ ਹੈ। ਪਰ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜੋ ਸਾਡਾ ਅਧਿਆਪਕ ਸਾਨੂੰ ਕਹਿ ਰਿਹਾ ਹੈ, ਸਾਨੂੰ ਉਹ ਧਿਆਨ ਦੇ ਨਾਲ ਸਮਝਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਜੀਵਨ ਦੇ ਵਿੱਚ ਚੰਗੀਆਂ ਉਲਾਂਘਾਂ ਤੇ ਚੰਗੀਆਂ ਮੱਲਾਂ ਮਾਰ ਸਕੀਏ। ਇਹਨਾਂ ਕਹਿੰਦਾ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਇੱਕ ਚੈਨਲ ਦੇਖ ਰਹੀ ਸੰਗਤ ਨੇ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਅੱਜ ਬੱਚਿਆਂ ਨੇ ਜਿਹੜਾ ਪ੍ਰੋਗਰਾਮ ਆ ਉਹ ਕੀਤਾ ਸਕੂਲ ਦੇ ਵਿੱਚ ਟੀਚਰਸ ਡੇ ਦੇ ਉੱਤੇ, ਕਿਉਂਕਿ ਟੀਚਰਸ ਡੇ ਜਦੋਂ ਹੁੰਦਾ ਆ ਬੱਚੇ ਜਿਹੜੇ ਆ ਉਹ ਕਈ ਤਰ੍ਹਾਂ ਦੇ ਤੋਹਫੇ ਵੀ ਟੀਚਰਸ ਨੂੰ ਦਿੰਦੇ ਆ ਜਾਂ ਕੁਝ ਲੈਕਚਰ ਜਿਹੜੇ ਆ ਉਹ ਤਿਆਰ ਕੀਤੇ ਜਾਂਦੇ ਆ ਟੀਚਰਾਂ ਦੇ ਸੰਬੰਧ ਦੇ ਵਿੱਚ। ਸੋ ਅਸੀਂ ਹੋਰ ਜਿਹੜੀ ਜਾਣਕਾਰੀ ਆ ਉਹ ਵੀ ਲਵਾਂਗੇ। ਮੇਰੇ ਨਾਲ ਨੇ ਡਾਕਟਰ ਗੁਰਕਬਾਲ ਸਿੰਘ ਕਾਲੋ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ, ਅੱਜ ਟੀਚਰਸ ਡੇ ਆ, ਕਿਉਂ ਮਨਾਇਆ ਜਾਂਦਾ ਆ, ਕਿਹਦੇ ਨਾਲ ਸੰਬੰਧਿਤ ਹੈਗਾ ਆ ਤੇ ਕਿੱਥੇ ਕਿੱਥੇ ਮਨਾਇਆ ਜਾਂਦਾ? ਇਸ ਦੀ ਪਿਰਤ ਸਾਰੀ ਦੁਨੀਆ ਦੇ ਵਿੱਚ ਹਿੰਦੁਸਤਾਨ 'ਚ ਪਾਈ ਗਈ ਹੈ। ਡਾਕਟਰ ਰਾਧਾ ਕ੍ਰਿਸ਼ਨ ਜੋ ਸਾਡੇ ਰਾਸ਼ਟਰਪਤੀ ਸੀਗੇ, ਉਹਨਾਂ ਦਾ ਜਨਮ ਦਿਨ ਜਿਹੜਾ ਸੀ ਬਤੌਰ ਟੀਚਰਸ ਡੇ ਮਨਾਇਆ ਜਾਂਦਾ ਹੈ, ਕਿਉਂਕਿ ਉਹ ਪਹਿਲਾਂ ਅਧਿਆਪਨ ਕਿੱਤੇ ਨਾਲ ਜੁੜੇ ਰਹੇ ਆ ਤੇ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ ਮੇਰੇ ਜਨਮ ਦਿਨ ਨੂੰ ਅਧਿਆਪਕ ਦਿਨ ਦੇ ਤੌਰ 'ਤੇ ਮਨਾਇਆ ਜਾਵੇ। ਤੇ ਇਹ 1974 ਤੋਂ ਸ਼ੁਰੂ ਹੋਇਆ ਵਾ, 1962 ਤੋਂ। ਤੇ ਉਹਦੇ ਬਾਅਦ ਵਰਲਡ ਲੈਵਲ ਤੇ ਹੌਲੀ ਹੌਲੀ ਇਸ ਦੀ ਗੱਲ ਗਈ ਆ ਤੇ ਯੂਨੈਸਕੋ ਜਿਹੜੀ ਆ ਯੂਨਾਈਟਿਡ ਨੇਸ਼ਨ ਐਜੂਕੇਸ਼ਨ ਕਲਚਰਲ ਐਂਡ ਸਾਇੰਟੀਫਿਕ ਆਰਗੇਨਾਈਜੇਸ਼ਨ, ਉਹਨਾਂ ਨੇ ਇਹਨੂੰ 1994 ਤੋਂ ਮਨਾਉਣਾ ਸ਼ੁਰੂ ਕੀਤਾ। ਲੇਕਿਨ ਉਹ 5 ਸਤੰਬਰ ਦੀ ਜਗ੍ਹਾ 5 ਅਕਤੂਬਰ ਨੂੰ ਮਨਾਉਂਦੇ ਨੇ। ਇਹ ਤੋਂ ਇਲਾਵਾ ਇੱਕ ਹੋਰ ਸੰਸਥਾ ਹੈ WTD, ਵਰਲਡ ਟੀਚਰਸ ਡੇ ਮਨਾਉਂਦੇ ਨੇ। ਉਹਨਾਂ ਨੇ ਇਹਨੂੰ 2003 ਤੋਂ ਮਨਾਉਣਾ ਸ਼ੁਰੂ ਕੀਤਾ ਵਾ। ਲੇਕਿਨ ਜਿਹੜੀਆਂ ਯੂਨੈਸਕੋ ਤੇ WTD ਆ, ਉਹਨਾਂ ਨੇ ਇਹਦਾ ਇੱਕ ਮਾਪਦੰਡ ਰੱਖਿਆ ਹੈ, ਇਹਦਾ ਮੰਤਵ ਰੱਖਿਆ ਹੈ ਕਿ ਇਹ ਦਿਨ ਤਾਂ ਮਨਾਉਣ ਦੀ ਜ਼ਰੂਰਤ ਹੈ, ਅਧਿਆਪਨ ਜਿਹੜੇ ਦੇ ਕਿੱਤੇ ਨਾਲ ਲੱਗੇ ਹੋਏ ਲੋਕ ਨੇ ਉਹਨਾਂ ਦੇ ਕਾਰਜਸ਼ੈਲੀ ਜਿਹੜੀ ਹੈ, ਜਿਹੜਾ ਉਹਨਾਂ ਦਾ ਮਿਆਰ ਹੈ ਉਹਨੂੰ ਉੱਚਾ ਚੁੱਕਿਆ ਜਾਵੇ, ਉਹਨਾਂ 'ਚ ਨਵੇਂ ਗੁਣ ਭਰੇ ਜਾ ਸਕਣ ਤਾਂ ਜੋ ਉਹ ਬੱਚਿਆਂ ਦੇ ਵਿੱਚ ਉਹ ਗੁਣ ਟਰਾਂਸਫਰ ਕਰ ਸਕਣ ਤੇ ਉਹਨਾਂ ਦੀ ਸਮੀਖਿਆ ਵੀ ਕੀਤੀ ਜਾਵੇ। ਜਿਹੜੇ ਟੀਚਰ ਵਧੀਆ ਕੰਮ ਕਰ ਰਹੇ ਆ ਉਹਨਾਂ ਨੂੰ ਉਹਦੇ ਬਦਲੇ ਇਨਾਮ ਦਿੱਤੇ ਜਾਣ, ਪ੍ਰਸ਼ੰਸਾ ਪੱਤਰ ਦਿੱਤੇ ਜਾਣ, ਤਾਂ ਕਿ ਇੱਕ ਕਵਾਇਦ ਨਵੀਂ ਕਾਇਮ ਹੋਵੇ। ਹੁਣ ਇੱਕ ਟੀਚਰ ਆ, ਉਹਨੇ ਹੀ ਦੇਸ਼ ਦਾ ਜਿਹੜਾ ਬੱਚਾ ਵਾ ਉਹਨੂੰ ਕਿਸੇ ਲਾਈਨ 'ਤੇ ਲਾਉਣਾ, ਉਹਦਾ ਜੇ ਬੌਧਿਕ ਵਿਕਾਸ ਕਰਨਾ ਹੈ, ਉਹਦਾ ਮਾਨਸਿਕ ਵਿਕਾਸ ਕਰਨਾ ਹੈ, ਉਹਦਾ ਰੂਹਾਨੀਅਤ ਦਾ ਵਿਕਾਸ ਕਰਨਾ ਹੈ, ਉਹਦਾ ਸਰੀਰਕ ਵਿਕਾਸ ਕਰਨਾ ਹੈ, ਤੇ ਇਹ ਟੀਚਰ 'ਤੇ ਹੀ ਸਾਰੀ ਗੱਲ ਨਿਰਭਰ ਹੈ। ਉਹ ਕਿਹੋ ਜਿਹਾ ਗਿਆਨ ਦੇ ਰਿਹਾ, ਉਹੋ ਜਿਹਾ ਹੀ ਟੀਚਰ ਗਾੜੀ ਬੱਚੇ 'ਚ ਟਰਾਂਸਫਰ ਕਰਦਾ ਵਾ ਤੇ ਬੱਚਾ ਉਹਨੂੰ ਗ੍ਰਹਿਣ ਕਰਦਾ ਹੈ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਟੀਚਰ ਦੇ ਵਿੱਚ ਜੋ ਕੁਝ ਹੋਏਗਾ, ਆਪਣਾ ਉਹਦਾ ਸੋਚਣ ਦੀ ਸ਼ਕਤੀ ਕੀ ਆ, ਕੀ ਸੋਚਦਾ, ਕਿਸ ਤਰ੍ਹਾਂ ਬੱਚਿਆਂ ਨੂੰ ਪੜ੍ਹਾਉਂਦਾ, ਉਸ ਦੇ ਨਾਲ ਨਾਲ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੇ ਮੁਕਾਬਲੇ ਹੁਣ ਜ਼ਿਆਦਾਤਰ ਇਹ ਕਿੱਤਾ ਜਿਹੜਾ ਆ ਉਹ ਕਮਰਸ਼ੀਅਲ ਕਹਿ ਲਿਆ ਜਾਵੇ ਹੁੰਦਾ ਜਾ ਰਿਹਾ ਆ, ਜਾਂ ਇਹ ਵੀ ਕਹਿ ਲਿਆ ਜਾਵੇ ਕਿ ਜਿਹੜੇ ਵਿਦਿਆਰਥੀ ਆ ਉਹ ਵੀ ਸ਼ਾਇਦ ਹੁਣ ਟੀਚਰ ਦੀ ਉਨੀ ਕੇਅਰ ਜਿਹੜੀ ਨਹੀਂ ਕਰਦੇ ਜਿੰਨਾ ਕਿ ਪਹਿਲਾਂ ਸਤਿਕਾਰ ਹੁੰਦਾ ਸੀਗਾ। ਬਿਲਕੁਲ ਗਿੱਲ ਸਾਹਿਬ, ਬਹੁਤ ਵੱਡੀ ਗਿਰਾਵਟ ਆਈ ਹੈ। ਉਹਦਾ ਕਾਰਨ ਹੈ ਵੀ ਸਕੂਲਾਂ ਦੇ ਵਿੱਚ ਸਿਰਫ ਪੜ੍ਹਾਈ ਕਰਾਈ ਜਾ ਰਹੀ ਹੈ, ਬੱਚਿਆਂ ਦੇ ਵਿੱਚ ਨੈਤਿਕ ਗੁਣ ਨਹੀਂ ਪਾਏ ਜਾ ਰਹੇ। ਮੈਨੂੰ ਯਾਦ ਹੈ ਜਦੋਂ ਅਸੀਂ ਬਚਪਨ 'ਚ ਪੜ੍ਹਦੇ ਸੀ, ਸਵੇਰ ਦੀ ਪ੍ਰੇਅਰ ਹੋਣੀ ਤੇ ਰੋਜ਼ ਕਿਸੇ ਨਾ ਕਿਸੇ ਇੱਕ ਵਿਸ਼ੇ ਦੇ ਉੱਤੇ ਨਵਾਂ ਮੈਸੇਜ ਦੇਣਾ। ਉਹ 'ਚ ਕਹਿਣਾ ਵੀ ਸਦਾ ਸੱਚ ਬੋਲੋ ਜਾਂ ਇਮਾਨਦਾਰ ਰਹੋ, ਹਾਂਜੀ, ਜਾਂ ਕਿਸੇ ਨਾਲ ਲੜਾਈ ਝਗੜਾ ਨਾ ਕਰੋ, ਜਾਂ ਪ੍ਰੇਮ ਨਾਲ ਜ਼ਿੰਦਗੀ ਬਤੀਤ ਕਰੋ, ਸਹਿਜ 'ਚ ਰਹੋ, ਹਾਂਜੀ, ਇੱਕ ਗਰੁੱਪ 'ਚ ਰਹੋ, ਗਠਬੰਧਨ 'ਚ ਰਹੋ। ਇਹ ਸਾਰਾ ਕੁਝ ਸਿਖਾਇਆ ਜਾਂਦਾ ਸੀ, ਜਿਹੜਾ ਹੁਣ ਅੱਜ ਕੱਲ੍ਹ ਬਿਲਕੁਲ ਮਾਈਨਸ ਹੋ ਗਿਆ। ਪ੍ਰੇਅਰ ਇੱਕ ਸਿੰਪਲੀ ਜਨਗਣ ਮਨ ਦਾ ਸਾਧਨ ਬਣ ਕੇ ਰਹਿ ਗਈ। ਉਦੋਂ ਬਾਅਦ ਕਲਾਸਾਂ ਅਤੇ ਕਿਤਾਬਾਂ ਦਾ ਵੱਡਾ ਬੋਝ ਉਹਨਾਂ 'ਤੇ ਪਾ ਦਿੱਤਾ ਗਿਆ, ਜਿਹਦੇ ਨਾਲ ਬੱਚੇ ਜਿਹੜੇ ਆ ਨੈਤਿਕ ਕਦਰਾਂ ਕੀਮਤਾਂ ਤੋਂ ਵਾਂਝੇ ਹੋ ਰਹੇ ਆ। ਮੈਨੂੰ ਅਜੇ ਯਾਦ ਹੈ ਵੀ ਸਾਡੇ ਸਕੂਲ ਦੇ ਟੀਚਰ ਜਦੋਂ ਪ੍ਰਾਇਮਰੀ ਵਾਲੇ ਆਉਂਦੇ ਸੀ ਤੇ ਸਾਰੇ ਬੱਚਿਆਂ ਨੇ ਲਾਈਨ 'ਚ ਖੜੇ ਹੋ ਕੇ ਦੂਰੋਂ ਸਤਿ ਸ਼੍ਰੀ ਅਕਾਲ ਬੁਲਾਉਣੀ ਬੜੇ ਉੱਚੇ ਤੌਰ 'ਤੇ। ਜੇ ਸੜਕ 'ਤੇ ਸਾਨੂੰ ਮਿਲ ਜਾਣਾ ਤੇ ਅਸੀਂ ਸਾਈਕਲ ਤੋਂ ਉੱਤਰ ਜਾਣਾ, ਜਿਸ ਤਰ੍ਹਾਂ ਕਿਸੇ ਵੱਡੇ ਗੁਰੂ ਦਾ ਅਦਬ ਕਰੀਦਾ ਇਸ ਤਰ੍ਹਾਂ ਅਦਬ ਕਰਦੇ ਸਾਂ। ਹੁਣ ਬੱਚੇ ਪਰਵਾਹ ਨਹੀਂ ਕਰਦੇ, ਉਹ ਇਹ ਕਰਕੇ ਗੱਲ ਕਰਦੇ ਆ। ਮਾਪਿਆਂ ਦੇ ਵਿੱਚ ਵੀ ਸਹਿਜ ਨਹੀਂ ਰਹਿ ਗਿਆ। ਜੇ ਕਿਸੇ ਬੱਚੇ ਨੂੰ ਟੀਚਰ ਝਿੜਕਦਾ ਵਾ ਜਾਂ ਕੁਝ ਕਹਿੰਦਾ ਤੇ ਮਾਂ ਪਿਓ ਸ਼ਿਕਾਇਤ ਲੈ ਕੇ ਆ ਜਾਂਦੇ ਨੇ। ਮੈਨੂੰ ਇਹ ਲੱਗ ਰਿਹਾ ਵੀ ਇਸ ਵਜ੍ਹਾ ਕਰਕੇ
ਜਾਂ ਜਿਹੜਾ ਫਰਕ ਪੈ ਗਿਆ ਪੁਰਾਣੇ ਤੇ ਹੁਣ ਵਾਲੇ ਸਮੇਂ 'ਚ, ਇਹਦੇ ਨਾਲ ਸਾਡੇ ਸਮਾਜ 'ਚ ਇੱਕ ਬੜਾ ਵੱਡਾ ਪਾੜਾ ਪੈ ਗਿਆ। ਜੋ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਸੀ, ਜੋ ਸਾਡੇ ਸਮਾਜ ਦਾ ਇੱਕ ਵਰਤਾਰਾ ਸੀ, ਜਿਹਨੂੰ ਅਸੀਂ ਗਿਣ ਕੇ ਚੱਲਦੇ ਹਾਂ, ਜਿਨ੍ਹਾਂ ਕਰਕੇ ਹਿੰਦੁਸਤਾਨ ਮਹਾਨ ਗਿਣਿਆ ਗਿਆ ਸੀ। ਗੁਰੂਆਂ ਪੀਰਾਂ ਦੀ ਧਰਤੀ ਦਾ ਖਿਤਾਬ ਸਿਰਫ ਹਿੰਦੁਸਤਾਨ ਨੂੰ ਮਿਲਿਆ, ਦੁਨੀਆ ਦੇ ਕਿਸੇ ਦੇਸ਼ ਨੂੰ ਨਹੀਂ ਮਿਲਿਆ। ਇਸੇ ਕਰਕੇ ਸ਼ਾਇਦ ਮੇਰਾ ਭਾਰਤ ਮਹਾਨ ਵੀ ਇਹੋ ਹੀ ਹੈ, ਬਾਕੀ ਗ੍ਰੇਟ ਕੋਈ ਨਹੀਂ ਹੈ। ਤੇ ਇਹ ਨੈਤਿਕ ਕਦਰਾਂ ਕੀਮਤਾਂ ਦਾ ਵਾਂਝਾ ਹੋ ਕੇ ਸਾਡਾ ਸਮਾਜ ਜਿਹੜਾ ਹੈ ਹਲੇ ਬਿਲਕੁਲ ਅਸਭਿਅਕ ਹੋ ਰਿਹਾ, ਜਿਨ੍ਹਾਂ 'ਚ ਸਹਿਜ ਦੀ ਘਾਟ ਆ ਰਹੀ ਆ, ਸੰਤੋਖ ਕਿਤੇ ਨਹੀਂ ਦਿਖ ਰਿਹਾ, ਮਾਇਆ ਪ੍ਰਸਾਰਾ ਕਰ ਰਹੀ ਹੈ, ਲੜਾਈ ਝਗੜੇ ਕਲੋ ਕਲੇਸ਼ ਵੱਧ ਰਹੇ ਆ, ਕਿਉਂਕਿ ਉਹਨਾਂ 'ਚ ਪ੍ਰੇਮ ਦੀ ਗੱਲ ਮੁੱਕਦੀ ਜਾ ਰਹੀ, ਪ੍ਰੇਮ ਦਾ ਸੰਦੇਸ਼ ਹੀ ਮੁੱਕਦਾ ਜਾ ਰਿਹਾ। ਤੇ ਇਹ ਬੜਾ ਵੱਡਾ ਪਾੜਾ ਜਿਹਨੂੰ ਪੂਰਾ ਕਰਨ ਦੀ ਜ਼ਰੂਰਤ ਆ। ਹੁਣ ਵੀ ਮੈਂ ਚਾਹਾਂਗਾ ਤੁਹਾਡੇ ਮਾਧਿਅਮ ਰਾਹੀਂ ਮੈਂ ਜਿਹੜਾ ਆਪਣਾ ਐਜੂਕੇਸ਼ਨ ਵਿਭਾਗ ਆ ਉਹਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇੱਕ ਪੀਰੀਅਡ ਸਕੂਲਾਂ ਦੇ ਵਿੱਚ ਸਿਰਫ ਇਸ ਕੰਮ ਲਈ ਰੱਖਿਆ ਜਾਵੇ ਜਿਸ 'ਚ ਬੱਚਿਆਂ ਨੂੰ ਸਿਰਫ ਨੈਤਿਕਤਾ ਦਾ ਪਾਠ ਪੜ੍ਹਾਇਆ ਜਾਵੇ, ਜਿਨ੍ਹਾਂ ਨੂੰ ਨੈਤਿਕ ਗੁਣਾਂ ਦੀ ਗੱਲ ਸਮਝਾਈ ਜਾਵੇ, ਸਾਡੇ ਸਮਾਜ ਦੀ ਰਹਿਣੀ ਬਹਿਣੀ, ਪਿਛਲਾ ਕਲਚਰ ਕੀ ਸੀ, ਸਾਡਾ ਜਿਹੜਾ ਸਾਂਝਾ ਚੁੱਲ੍ਹਾ ਸੀਗਾ ਉਹਦੀ ਕੀ ਮਹੱਤਤਾ ਸੀ, ਕਿਸ ਤਰ੍ਹਾਂ ਇਕੱਠੇ ਪ੍ਰੇਮ ਪਿਆਰ ਨਾਲ ਰਹਿਣਾ, ਇਹ ਸਮਝਾਇਆ ਜਾਵੇ। ਨਹੀਂ ਤਾਂ ਇਕੱਲੇ ਹੋ ਗਏ ਆ, ਇਕੱਲੇ ਦੀ ਕੋਈ ਜ਼ਿੰਦਗੀ ਨਹੀਂ, ਕੋਈ ਪਰਿਵਾਰ ਨਹੀਂ ਹੁੰਦੇ। ਇੱਕ ਛੱਤਾਂ ਥੱਲੇ ਬੰਦਿਸ਼ ਦੇ ਤੌਰ ਤੇ ਰਹਿ ਰਹੇ ਪਰਿਵਾਰਾਂ ਨੂੰ ਪਰਿਵਾਰ ਨਹੀਂ ਕਹਿ ਸਕਦੇ। ਘਰਾਂ 'ਚ ਮਨ ਮਿਲਣ, ਇੱਕ ਦੂਜੇ ਨਾਲ ਪ੍ਰੇਮ ਪਿਆਰ ਬਣੇ, ਦੁੱਖ ਸੁੱਖ ਦੇ ਭਾਈਵਾਲ ਬਣੀਏ, ਇਹ ਸਾਂਝ ਪੈਦਾ ਕਰਨ ਵਾਸਤੇ ਸਕੂਲ ਹੀ ਬਹੁਤ ਬਿਹਤਰ ਸਾਧਨ ਨੇ। ਤੇ ਮੈਂ ਚਾਹਾਂਗਾ ਕਿ ਐਜੂਕੇਸ਼ਨ ਮੰਤਰੀ ਸੋਨੀ ਸਾਹਿਬ ਤੇ ਕ੍ਰਿਸ਼ਨ ਕੁਮਾਰ ਜੀ ਜਿਹੜੇ ਬੜੇ ਤਨਦੇਹੀ ਨਾਲ ਸਮਾਜ ਇਸ ਮਹਿਕਮੇ ਨੂੰ ਸੁਧਾਰਨ ਵਾਸਤੇ ਲੱਗੇ ਹੋਏ ਆ, ਉਹ ਘੱਟੋ ਘੱਟ 20-25 ਮਿੰਟ ਦਾ ਸਮਾਂ ਵੱਖਰਾ ਪੀਰੀਅਡ ਕਰਾਉਣ ਜਿਸ 'ਚ ਬੱਚਿਆਂ ਨੂੰ ਸਿਰਫ ਇਸੇ ਗੱਲ ਦਾ ਪਾਠ ਪੜ੍ਹਾਇਆ ਜਾਵੇ ਤਾਂ ਕਿ ਬੱਚੇ ਇਸ ਗੱਲ ਦੇ ਧਾਰਨੀ ਹੋ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ। ਸੋ ਬਿਲਕੁਲ ਇਹ ਗੱਲ ਜਿਹੜੀ ਆ ਬਿਲਕੁਲ ਸਹੀ ਕਹੀ ਹੈ ਡਾਕਟਰ ਸਾਹਿਬ ਨੇ ਕਿ ਇੱਕ ਪੀਰੀਅਡ ਜਿਹੜਾ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿਉਂਕਿ ਸਾਡੇ ਵਿੱਚ ਕਾਲ ਜਿਹੜੀ ਆ ਉਹ ਘਰ ਕਰ ਗਈ ਆ। ਹਰ ਚੀਜ਼ ਜਿਹੜੀ ਆ ਉਹ ਅਸੀਂ ਕਾਹਲੀ ਦੇ ਨਾਲ ਕੰਮ ਕਰਦੇ ਆ, ਸੜਕ 'ਤੇ ਜਾਂ ਕਿਤੇ ਵੀ ਜੋ ਵੀ ਚੀਜ਼ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਸ਼ੁਰੂ ਤੋਂ ਮੁੱਢ ਤੋਂ ਜਿਹੜੀ ਆ ਉਹ ਦੱਸਣੀ ਚਾਹੀਦੀ ਕਿ ਕਿਸ ਸਿਸਟਮ ਦੇ ਤਹਿਤ ਚੱਲਣ, ਉਹ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਸਮਾਜ ਦੇ ਵਿੱਚ ਵਿਚਰਨਾ, ਰਿਸ਼ਤੇਦਾਰੀਆਂ 'ਚ ਕਿਸ ਤਰ੍ਹਾਂ ਵਿਚਰਨਾ, ਆਪਣੇ ਗੁਰੂ ਦਾ ਸਤਿਕਾਰ ਜਿਹੜਾ ਉਹ ਕਿਸ ਤਰ੍ਹਾਂ ਕਰਨਾ। ਡਾਕਟਰ ਸਾਹਿਬ ਅੰਤ ਦੇ ਉੱਤੇ ਕੀ ਕਹਿਣਾ ਚਾਹੋਗੇ ਅੱਜ ਟੀਚਰਸ ਡੇ ਦੇ ਮੌਕੇ ਦੇ ਉੱਤੇ? ਇੱਕ ਤਾਂ ਮੈਂ ਸਿੱਖ ਚੈਨਲ ਨੂੰ ਦਾ ਧੰਨਵਾਦੀ ਹਾਂ ਤੁਹਾਡੇ ਮਾਧਿਅਮ ਰਾਹੀਂ, ਜਿਨ੍ਹਾਂ ਨੇ ਐਡਾ ਨਾਜ਼ੁਕ ਟੌਪਿਕ ਜਿਹੜਾ ਇਹਨੂੰ ਚੁਣ ਕੇ ਅੱਜ ਇਹ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਆ। ਨਹੀਂ ਤਾਂ ਬਹੁਤੇ ਚੈਨਲ ਅੱਜ ਕੱਲ੍ਹ ਦੂਜੇ ਕੰਮਾਂ 'ਚ ਲੱਗੇ ਹੋਏ ਵੀ ਪੈਸੇ ਕਿੱਥੋਂ ਮਿਲਣੇ ਆ, ਸਾਡੀ ਮਤਲਬ ਪੇਮੈਂਟਸ ਕਿੱਥੋਂ ਵਧਣੀਆਂ ਨੇ। ਤੁਸੀਂ ਸੇਵਾ ਭਾਵਨਾ ਨਾਲ ਇਹ ਕੰਮ ਕਰ ਰਹੇ ਹੋ ਅਤੇ ਮੈਂ ਇਸ ਮਾਧਿਅਮ ਵਿੱਚ ਤੁਹਾਡਾ ਧੰਨਵਾਦ ਵੀ ਕਰਦਾ ਸਿੱਖ ਚੈਨਲ ਦਾ। ਅਤੇ ਮੈਂ ਇਹ ਕਹਿਣਾ ਚਾਹਾਂਗਾ ਵੀ ਇਸ ਚੈਨਲ ਦੇ ਉੱਤੇ ਵੀ ਰੋਜ਼ ਕੋਈ ਨਾ ਕੋਈ ਨੈਤਿਕਤਾ ਦਾ ਬੋਧ ਪਾਠ ਪੜ੍ਹਾਉਣ ਲਈ ਥੋੜ੍ਹਾ ਸਮਾਂ ਸਿੱਖ ਚੈਨਲ 'ਤੇ ਜ਼ਰੂਰ ਕੱਢਿਆ ਜਾਵੇ, ਤਾਂ ਜੋ ਲੋਕਾਂ ਦੇ ਵਿੱਚ ਅਸੀਂ ਸੇਵਾ ਭਾਵਨਾ ਨਾਲ ਤੁਸੀਂ ਤਰ੍ਹਾਂ ਕੰਮ ਕਰ ਰਹੇ, ਇਹ ਵੀ ਸੇਵਾ ਹੀ ਇੱਕ, ਵੀ ਇਹਨੂੰ ਵੀ ਇਸ ਲਾਈਨ ਦੇ ਉੱਤੇ ਕੰਮ ਕਰਕੇ ਲੋਕਾਂ 'ਚ ਨੈਤਿਕ ਕਦਰਾਂ ਕੀਮਤਾਂ ਦਾ ਵਾਧਾ ਕੀਤਾ ਜਾਵੇ। ਸੋ ਧੰਨਵਾਦ ਤੁਹਾਡਾ ਡਾਕਟਰ ਸਾਹਿਬ। ਸੋ ਅੱਜ ਦਾ ਇਹ ਪ੍ਰੋਗਰਾਮ ਦੇਖਿਆ ਤੁਸੀਂ ਕਿ ਸਕੂਲ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦਾ ਮੱਖਣਵਿੰਡੀ ਪਿੰਡ ਦੇ ਵਿੱਚ ਅਸੀਂ ਪਹੁੰਚੇ। ਇੱਥੇ ਜਿਹੜਾ ਸਕੂਲ ਆ ਉੱਥੇ ਜਿਹੜਾ ਬੱਚਿਆਂ ਨੇ ਪ੍ਰੋਗਰਾਮ ਕੀਤਾ ਜਾਂ ਜਿਹੜਾ ਲੈਕਚਰ ਦਿੱਤਾ ਜਾਂ ਟੀਚਰਾਂ ਨੇ ਜੋ ਕੁਝ ਕਿਹਾ, ਸੋ ਉਸ ਚੀਜ਼ ਦੇ ਉੱਤੇ ਜਿਹੜਾ ਹੈ ਉਹ ਪਹਿਰਾ ਦੇਣ ਦੀ ਜ਼ਰੂਰਤ ਆ। ਸੋ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ, ਆਪਣੇ ਬੱਚਿਆਂ ਨੂੰ ਸਕੂਲੋਂ ਕੀ ਸਿੱਖ ਕੇ ਆਉਂਦੇ ਆ, ਉਸ ਹੋਰ ਚੀਜ਼ਾਂ ਜਿਹੜੀਆਂ ਬਹੁਤ ਸਾਰੀਆਂ ਉਹ ਘਰ ਦੇ ਵਿੱਚ ਵੀ ਸਿਖਾਈਏ ਕਿ ਕਿਸ ਤਰ੍ਹਾਂ ਅਸੀਂ ਆਪਣੇ ਗੁਰੂ ਦਾ ਸਤਿਕਾਰ ਕਰਨਾ, ਟੀਚਰ ਦਾ ਜਿਹੜਾ ਸਤਿਕਾਰ ਕਰਨਾ ਆ। ਸੋ ਆਸ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਸੋ ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।